ਕਿਸੇ ਨੇ ਉੱਥੇ ਯਾਤਰਾ ਕਰਦਿਆਂ ਇੱਕ ਵਾਰ ਕਿਹਾ ਸੀ ਕਿ ਨਾਓ ਆਈ ਕੈਨ ਸੇ ਆਈ ਨੋ ਇੰਡੀਆ ਇਜ਼ ਅ ਬਿਗ ਲੈਟਰਿਨ। ਦੁਨੀਆ ਦੇ ਸਭ ਤੋਂ ਮਾੜੇ ਸਬ ਸਹਾਰਨ ਅਫਰੀਕਨ ਮੁਲਕਾਂ 'ਚ ਜਿਹੜੇ 15-16 ਦੇਸ਼ ਨੇ ਉਹਨਾਂ ਦੇ ਬਰਾਬਰ 200 ਸਮਥਿੰਗ 215 ਦੇਸ਼ਾਂ 'ਚੋਂ ਭਾਰਤ ਦਾ ਰੈਂਕ ਹੈ, ਮਚ ਬਿਲੋ ਬੰਗਲਾਦੇਸ਼, ਨੇਪਾਲ ਔਰ ਪਾਕਿਸਤਾਨ। ਇਸ ਵਿਸ਼ਾਲ ਜੂਦ ਨਾਂ ਦੇ ਇੱਕ ਹਿੰਦੂ ਤਵੀ ਕ੍ਰਿਮੀਨਲ ਦੀ ਅਸੀਂ ਦੇਖਦੇ ਹਾਂ। ਕ੍ਰਿਮੀਨਲ ਮੈਂ ਲਫ਼ਜ਼ ਇਸ ਲਈ ਕਹਿ ਰਿਹਾ ਕਿਉਂਕਿ ਇਹ ਕਨਵਿਕਟਡ ਹੈ ਔਰ ਉਸ ਦੇ ਉੱਤੇ ਜਿਹੜੇ ਨੇ 8 ਚਾਰਜ ਜਿਹੜੇ ਨੇ ਲਾਏ ਗਏ, ਜਿਹਦੇ 'ਚ ਇਹੀ ਹੇਟਰੇਡ, ਸਿੱਖਾਂ ਤੇ ਹਮਲਾ ਕਰਨਾ, ਗੁਰਦੁਆਰੇ ਤੇ ਹਮਲਾ ਕਰਨ ਦੀ ਲਾਈਨ, ਬਾਕੀਆਂ ਨੂੰ ਮੋਟੀਵੇਟ ਕਰਨਾ ਨਫ਼ਰਤ ਦੇ ਨਾਲ। ਔਰ ਇਸ ਦੇ ਉੱਤੇ ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਚਰ ਜਿਹੜਾ ਹੈ ਉਹ ਦਿੱਲੀ ਵਾਲਿਆਂ ਨੂੰ ਲਿਖਦਾ ਹੈ, ਫਾਰਨ ਮਿਨਿਸਟਰੀ ਨੂੰ ਲਿਖਦਾ ਹੈ ਕਿ ਜੀ ਇਹ ਸਾਡਾ ਹਰਿਆਣਾ ਦਾ ਸਪੂਤ ਤਿਰੰਗੇ ਦਾ ਪੁੱਤਰ, ਇਹ ਤਾਂ ਉੱਥੇ ਸਿੱਖ ਝੂਠੇ ਚਾਰਜ ਲਾ ਰਹੇ ਨੇ ਉਹਦੇ ਉੱਤੇ। ਅਕਿਊਜ਼ਡ ਇਨ ਅਟੈਕਸ ਔਨ ਸਿੱਖਸ ਇਨ ਸਿਡਨੀ ਰਿਟਰਨਸ ਟੂ ਹਰਿਆਣਾ ਐਂਡ ਗੈਟਸ ਏ ਰੈੱਡ ਕਾਰਪੇਟ ਰਾਊਜ਼ਿੰਗ ਵੈਲਕਮ। ਲਾਲ ਕਾਰਪੇਟ ਉਹਦੇ ਲਈ ਵਿਛਾਇਆ ਜਾਂਦਾ ਹੈ ਔਰ ਇਹ ਇਸ ਸਾਰੇ ਦੇ ਉੱਤੇ ਈਵਨ ਉਹਨੂੰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਉਹਨੂੰ ਕਿਵੇਂ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਹੋਇਆ ਹੈ। ਔਰ ਉਹ ਜਦੋਂ ਹਰਿਆਣੇ 'ਚ ਆਉਂਦਾ ਹੈ, ਰੋਰੀ ਜਿਹੜਾ ਪਾਣੀਪਤ, ਅਰਾਊਂਡ 200 ਯੂਥ ਫਰਮ ਰੋਰ ਕਮਿਊਨਿਟੀ ਅਸੈਂਬਲਡ ਐਟ ਪਾਣੀਪਤ ਟੂ ਰਿਸੀਵ ਹਿਮ ਬਿਫੋਰ ਮਾਰਚਿੰਗ ਟੂ ਏ ਧਰਮਸ਼ਾਲਾ ਇਨ ਕੁਰੂਕਸ਼ੇਤਰ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀਆਂ ਦੇ ਕਿਵੇਂ ਅੱਡ ਜਿਹੜੇ ਨੇ ਪੈਮਾਨੇ ਨੇ। ਸੋ ਇਸ ਦੀ ਇੱਕ ਉਦਾਹਰਨ ਆਸਟ੍ਰੇਲੀਆ ਵਿੱਚ ਹਿੰਦੂ ਤਵੀ ਗੁੰਡੇ ਵਿਸ਼ਾਲ ਜੂਦ ਦਾ ਭਾਰਤ ਵਿੱਚ ਕੀਤਾ ਗਿਆ ਸਵਾਗਤ ਹੈ। ਸੋ ਯਾਦ ਰਹੇ ਕਿ ਵਿਸ਼ਾਲ ਜੂਦ ਨੇ ਆਸਟ੍ਰੇਲੀਆ ਵਿੱਚ ਹੁੰਦਿਆਂ ਸਿੱਖਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਵਿੱਚ ਹਿੱਸਾ ਲਿਆ ਸੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਆਸਟ੍ਰੇਲੀਆ ਦੀ ਅਦਾਲਤ ਵੱਲੋਂ ਸਜ਼ਾ ਯਾਫਤਾ ਕੀਤਾ ਗਿਆ ਸੀ। ਸੋ ਆਸਟ੍ਰੇਲੀਆ ਵਿੱਚ 6 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਵਿਸ਼ਾਲ ਜੂਦ ਨੂੰ ਭਾਰਤ ਵਾਪਸ ਡਿਪੋਰਟ ਕੀਤਾ ਗਿਆ ਹੈ। ਸੋ ਜਿੱਥੇ ਕਿ ਹਰਿਆਣੇ ਵਿੱਚ ਉਸ ਦਾ ਥਾਂ-ਥਾਂ ਤੇ ਸਵਾਗਤ ਕੀਤਾ ਗਿਆ। ਦੂਸਰੇ ਪਾਸੇ ਨਿਹੰਗ ਸਿੰਘਾਂ ਦੀ ਕਾਰਵਾਈ ਨੂੰ ਲੈ ਕੇ ਹਿੰਦੂ ਤਵੀਆਂ ਵੱਲੋਂ ਚੀਕ ਚਿਹਾੜਾ ਜਿਹੜਾ ਪਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਕਿਸੇ ਜ਼ਮਾਨੇ 'ਚ ਇੱਕ ਬੜਾ ਮਸ਼ਹੂਰ ਨਾਵਲ ਚਾਰਲਸ ਡਿਕਨਸ ਦਾ ਦ ਟੇਲ ਆਫ ਟੂ ਸਿਟੀਜ਼ ਜੀ ਬੜਾ ਪਪੂਲਰ, ਔਰ ਇਕੋ ਸਿਸਟਮ ਦੇ ਵਿੱਚ ਕਿਵੇਂ ਇੱਕ ਪਾਸੇ ਲੋਕ ਬੜੇ ਖੁਸ਼ਹਾਲ ਇਆਸ਼ੀ ਔਰ ਮौज ਮਸਤੀ ਦੀ ਜ਼ਿੰਦਗੀ ਜੀ ਰਹੇ ਨੇ ਤੇ ਦੂਸਰੇ ਪਾਸੇ ਦੂਸਰੇ ਸ਼ਹਿਰ ਦੇ ਵਿੱਚ ਜਾਂ ਦੂਸਰੇ ਹਿੱਸੇ ਦੇ ਲੋਕ ਜਿਹੜੇ ਨੇ ਕਿਵੇਂ ਗੁਰਬਤ ਦੇ ਨਾਲ ਘੁਲ ਰਹੇ ਨੇ, ਗੁਰਬਤ ਦੇ ਨਾਲ ਮਰ ਰਹੇ ਨੇ, ਕਿਵੇਂ ਉਹ ਤੰਗ ਦਸਤੀਆਂ ਚੋਂ ਗੁਜ਼ਰ ਰਹੇ ਨੇ। ਸੋ ਇਹ ਅਕਸਰ ਜਦੋਂ ਟੇਲ ਆਫ ਟੂ ਸਿਟੀਜ਼ ਔਰ ਉਸ ਡੈਨਮਾਰਕ ਦੇ ਹਵਾਲੇ ਨਾਲ ਜ਼ਿਕਰ ਹੁੰਦਾ ਤੇ ਜੇ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਤੇ ਇਹ ਵੀ ਟੇਲ ਆਫ ਟੂ ਸਿਟੀਜ਼ ਵਾਲਾ ਪਾਰਟ ਹੀ ਰਿਹਾ। ਇੱਕ ਅਰਬਨ ਇੰਡੀਆ, ਜੇ ਕੋਈ ਦਿੱਲੀ, ਬੰਬਈ ਜਾਂ ਬੰਗਲੌਰ, ਜਿੱਥੇ ਬਹੁਤ ਸਾਰੀਆਂ ਇਮਾਰਤਾਂ ਅੰਗਰੇਜ਼ ਕਾਲ ਦੀਆਂ ਹੀ ਬਣੀਆਂ ਹੋਈਆਂ ਨੇ, ਉਹਨਾਂ ਵੱਲ ਦੇਖੇ ਔਰ ਉਹਨਾਂ ਦੀਆਂ ਰਿੰਗ ਰੋਡਸ ਔਰ ਵੱਡੇ ਵੱਡੇ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਹਾਊਸ ਤੋਂ ਲੈ ਕੇ ਵੱਡੇ ਵੱਡੇ ਬੰਗਲੇ ਦੇਖੇ ਤਾਂ ਉਹ ਕਹੇ ਵੀ ਵਾਹ, ਇਸ ਕਿਸਮ ਦੀ ਸਹੂਲਤ ਜਾਂ ਇਸ ਕਿਸਮ ਤਾਂ ਯੂਰਪ ਔਰ ਅਮਰੀਕਾ 'ਚ ਵੀ ਨਹੀਂ ਹੈ। ਉਹਨੂੰ ਜੇ ਤੁਸੀਂ ਦੂਸਰਾ ਇੰਡੀਆ ਦੇਖਣਾ ਫਿਰ ਤੁਸੀਂ ਜਿਉਂ ਹੀ ਦਿੱਲੀ ਤੋਂ ਦੇ ਤੁਸੀਂ ਉਹਨਾਂ ਦੇ ਸਲਮ ਦੇਖ ਲਓ, ਬਾਹਰ ਨਿਕਲੋ ਤੇ ਫਿਰ ਟ੍ਰੇਨ ਫੜ ਲਓ, ਦਿੱਲੀ ਤੋਂ ਬੰਬੇ ਤੱਕ ਚਲੇ ਜਾਓ ਤੇ ਰੇਲਵੇ ਲਾਈਨ ਦੇ ਦੂਜੇ ਪਾਸੇ ਦੋਨੋਂ ਹਿੱਸਿਆਂ ਤੇ ਨਜ਼ਰ ਮਾਰੋ ਸੂਰਜ ਚੜ੍ਹਨ ਤੋਂ ਪਹਿਲੇ ਤੇ ਨਾਲ ਤੇ ਫਿਰ ਜਿਵੇਂ ਕਿਸੇ ਨੇ ਉੱਥੇ ਯਾਤਰਾ ਕਰਦਿਆਂ ਇੱਕ ਵਾਰ ਕਿਹਾ ਸੀ ਕਿ ਨਾਓ ਆਈ ਕੈਨ ਸੇ ਆਈ ਨੋ ਇੰਡੀਆ ਇਜ਼ ਅ ਬਿਗ ਲੈਟਰਿਨ, ਜੋ ਦੋਵੇਂ ਪਾਸੇ ਸੜਕ ਤੇ ਚੱਲ ਰਿਹਾ। ਪਰ ਜੇ ਤੁਸੀਂ ਹੋਰ ਇੰਟੀਰੀਅਰ 'ਚ ਜਾ ਕੇ ਜਾਂ ਦੂਜਾ ਦੇਖੋ, ਅਸੀਂ ਅਜੇ ਕੁਛ ਦਿਨ ਪਹਿਲਾਂ ਹੀ ਜਿਹੜਾ ਗਲੋਬਲ ਹੰਗਰ ਇੰਡੈਕਸ ਦੀ ਗੱਲ ਕਰਕੇ ਹਟੇ ਹੈ ਕਿ ਦੁਨੀਆ ਦੇ ਸਭ ਤੋਂ ਮਾੜੇ ਸਬ ਸਹਾਰਨ ਅਫਰੀਕਨ ਮੁਲਕਾਂ 'ਚ ਜਿਹੜੇ 15-16 ਦੇਸ਼ ਨੇ ਉਹਨਾਂ ਦੇ ਬਰਾਬਰ 200 ਸਮਥਿੰਗ 215 ਦੇਸ਼ਾਂ 'ਚੋਂ ਭਾਰਤ ਦਾ ਰੈਂਕ ਹੈ, ਮਚ ਬਿਲੋ ਬੰਗਲਾਦੇਸ਼, ਨੇਪਾਲ ਔਰ ਪਾਕਿਸਤਾਨ। ਸੋ ਇਹ ਤਾਂ ਉਹਨਾਂ ਦੇ ਜਿਹੜੀ ਗੁਰਬਤ ਦਾ ਹਾਲ ਹੈ। ਪਰ ਜੇ ਹੁਣ ਅਸੀਂ ਜਿਨ੍ਹਾਂ ਦੇ ਹੱਥ 'ਚ ਅੱਜ ਪਾਵਰ ਹੈ, ਹਿੰਦੂ ਤਵੀ ਸਿਸਟਮ, ਔਰ ਅਕਸਰ ਜਮਹੂਰੀਅਤ ਦੀ ਗੱਲ ਕਰਦੇ ਆ, ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ, ਮੀਡੀਆ ਐਜ਼ ਏ 4th ਪਿਲਰ ਦੀ ਗੱਲ ਕਰਦੇ ਆ। ਅੱਜ ਅਸੀਂ ਉਹ ਗੱਲ ਨਹੀਂ ਕਰਾਂਗੇ ਡਿਟੇਲ, ਸਿਰਫ
ਇੱਕੋ ਗੱਲ, ਦੋ ਘਟਨਾਵਾਂ ਸਾਈਮਲਟੇਨੀਅਸਲੀ ਵਾਪਰਦੀਆਂ ਨੇ। ਸਾਈਮਲਟੇਨੀਅਸ ਇਸ ਲਈ ਕਿਉਂਕਿ ਅਸੀਂ ਸਿੰਘੂ ਬਾਰਡਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਏ, ਏਜੰਸੀਆਂ ਦੇ ਤਿਆਰ ਕਰਕੇ ਭੇਜੇ ਇੱਕ ਬੰਦੇ ਦਾ ਦਰਦਨਾਕ ਅੰਤ, ਔਰ ਦੂਸਰੇ ਪਾਸੇ ਆਸਟ੍ਰੇਲੀਆ 'ਚ 6 ਮਹੀਨੇ ਪਹਿਲਾਂ ਜਿਵੇਂ ਇੱਕ ਹਰਿਆਣੇ ਦਾ ਨੌਜਵਾਨ 24 ਸਾਲਾ ਜਿਹਦਾ ਨਾਂ ਵਿਸ਼ਾਲ ਜੂਦ ਕਰਕੇ ਆਂਦਾ ਹੈ, ਰਾਜਪੂਤ ਰੋਡ ਇਹਨਾਂ ਦੀ ਇੱਕ ਕਮਿਊਨਿਟੀ ਆ ਉਹਦੇ ਨਾਲ ਸੰਬੰਧਿਤ, ਇਹਨਾਂ ਦੋਨਾਂ ਦਾ ਕੰਟਰਾਸਟ ਲੋਕਾਂ ਵੱਲੋਂ, ਜੇ ਨਿਹੰਗ ਸਿੰਘ ਜਿਨ੍ਹਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਆਪਣੇ ਇਸ਼ਟ ਦੇ ਅਦਬ ਅਦਾਬ ਦੇ ਲਈ ਇਹ ਐਕਸਟ੍ਰੀਮ ਸਟੈਪ ਲਿਆ, ਜੇ ਕੋਈ ਉਹਦੀ ਤਾਰੀਫ ਦੇ ਵਿੱਚ ਸਿੱਖ ਕਹਿੰਦਾ ਹੈ ਕਿ ਭਾਈ ਇਹ ਉਹਨਾਂ ਨੇ ਕੋਈ ਨਿੱਜੀ ਝਗੜਾ ਨਹੀਂ ਸੀ, ਉਹਨਾਂ ਨੇ ਤਾਂ ਆਪਣੇ ਗੁਰੂ ਦਾ ਅਪਮਾਨ ਨਹੀਂ ਸਹਾਰਿਆ, ਤਾਂ ਉਹਨੂੰ ਕਹਿੰਦੇ ਨੇ ਇਹ ਤਾਲੀਬਾਨੀ ਹੈ, ਉਹਨੂੰ ਕਹਿੰਦੇ ਨੇ ਇਹ ਫੈਨੇਟਿਕ ਹੈ, ਇਹ ਭਿੰਡਰਾਂ ਵਾਲਿਆਂ ਦਾ ਚੇਲਾ ਹੈ, ਔਰ ਸਾਰੀ ਕਮਿਊਨਿਟੀ ਨੂੰ ਉਹਦੇ ਨਾਲ ਪੇਂਟ ਕਰਨ ਦੀ ਕੋਸ਼ਿਸ਼ ਹੈ। ਹੁਣ ਹਾਲਾਂਕਿ ਉਹਨਾਂ ਨੇ ਆਪਣਾ ਜੋ ਉਹਨਾਂ ਨੇ ਕੀਤਾ ਉਹਨੂੰ ਕਬੂਲਿਆ, ਉਹਨਾਂ ਨੇ ਕਿਹਾ ਠੀਕ ਹੈ ਸਾਡੇ ਗੁਰੂ ਦੇ ਹੁਕਮ ਦੇ ਥੱਲੇ ਜੋ ਸਾਨੂੰ ਆਇਆ ਅਸੀਂ ਕੀਤਾ, ਹੁਣ ਤੁਹਾਡਾ ਕਾਨੂੰਨ ਹੈ, ਲਾਓ ਸਾਨੂੰ ਫਾਂਸੀ ਦਿਓ, ਅਸੀਂ ਪਿੱਛੇ ਨਹੀਂ ਹਟਦੇ। ਹੁਣ ਦੂਜੀ ਉਦਾਹਰਣ ਜਦੋਂ ਇਸ ਵਿਸ਼ਾਲ ਜੂਦ ਨਾਂ ਦੇ ਇੱਕ ਹਿੰਦੂ ਤਵੀ ਕ੍ਰਿਮੀਨਲ ਦੀ ਅਸੀਂ ਦੇਖਦੇ ਹਾਂ, ਕ੍ਰਿਮੀਨਲ ਮੈਂ ਲਫ਼ਜ਼ ਇਸ ਲਈ ਕਹਿ ਰਿਹਾ ਕਿਉਂਕਿ ਇਹ ਕਨਵਿਕਟਡ ਹੈ। ਅੱਜ ਤੋਂ 6-7 ਮਹੀਨੇ ਪਹਿਲਾਂ ਜਦੋਂ ਕਿ ਕਿਸਾਨ ਲਹਿਰ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਬਹੁਤ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਸੀ, ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ NSW ਜਿਹੜੀ ਉਹਨਾਂ ਦਾ ਪ੍ਰੋਵਿੰਸ ਹੈ ਉਸ ਦੇ ਵਿੱਚ ਜਿਹੜਾ ਪ੍ਰੋਟੈਸਟ ਸਿੱਖਾਂ ਨੇ ਕੀਤਾ, ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਵੀ, ਕੌਂਸੂਲੇਟ ਦੇ ਬਾਹਰ ਵੀ, ਔਰ ਅਚਾਨਕ 2-3 ਖਬਰਾਂ ਇਸ ਕਿਸਮ ਦੀਆਂ ਆਈਆਂ ਕਿ ਭਾਈ ਸਿੱਖ ਨੌਜਵਾਨਾਂ ਦੇ ਉੱਤੇ ਹਮਲਾ ਵੀ ਹੁੰਦਾ ਹੈ, ਘਰ ਵੀ ਉਹਨਾਂ ਦੇ ਸ਼ੀਸ਼ੇ ਤੋੜੇ ਜਾਂਦੇ ਨੇ। ਫਿਰ ਇੱਕ ਇਹ ਵੀ ਕਿ ਭਾਈ ਜਿਹੜਾ ਇੱਕ ਹਿੰਦੂ ਤਵੀਆਂ ਦਾ ਤਿਰੰਗੇ ਚੁੱਕ ਕੇ ਜਿਹੜਾ ਜਲੂਸ ਹੈ ਉਹ ਗੁਰਦੁਆਰੇ ਵੱਲ ਨੂੰ ਆ ਰਿਹਾ ਹੈ, ਜਾਣਾ ਉਹਨਾਂ ਨੇ ਕਿਤੇ ਹੋ ਰਿਹਾ, ਗੁਰਦੁਆਰੇ ਤੇ ਅਟੈਕ ਕਰਨ ਦੀ ਲਾਈਨ। ਇਹ ਗੱਲਾਂ ਸਿਰਫ ਐਕੁਜ਼ੀਸ਼ਨਸ ਨਹੀਂ ਸੀ ਜਾਂ ਨਹੀਂ ਨੇ, ਇਵੈਂਚੁਅਲੀ ਜਿਹੜਾ ਬੰਦਾ ਕਾਬੂ ਆਇਆ ਵਿਸ਼ਾਲ ਜੂਦ ਨਾਂ ਦਾ ਕਿ ਭਾਈ ਉਹੀ ਉਹਦੇ 'ਚ ਇਨਵੋਲਵ ਹੈ, ਕਿਵੇਂ ਉਹਨੇ ਅਟੈਕ ਵੀ ਕੀਤੇ ਨੇ, ਔਰ ਉਸ ਦੇ ਉੱਤੇ ਜਿਹੜੇ ਨੇ 8 ਚਾਰਜ ਜਿਹੜੇ ਨੇ ਲਾਏ ਗਏ, ਜਿਹਦੇ 'ਚ ਇਹੀ ਹੇਟਰੇਡ, ਸਿੱਖਾਂ ਤੇ ਹਮਲਾ ਕਰਨਾ, ਗੁਰਦੁਆਰੇ ਤੇ ਹਮਲਾ ਕਰਨ ਦੀ ਲਾਈਨ, ਬਾਕੀਆਂ ਨੂੰ ਮੋਟੀਵੇਟ ਕਰਨਾ ਨਫ਼ਰਤ ਦੇ ਨਾਲ। ਔਰ ਇਹ ਬੰਦੇ ਨੇ ਜਿਹੜਾ ਇਵੈਂਚੁਅਲੀ ਪਲੀ ਬਾਰਗੇਨ ਜਿਹਨੂੰ ਕਹਿੰਦੇ ਨੇ ਉਹ ਉਹਨੇ ਕਬੂਲਿਆ। ਉਹਨਾਂ ਨੇ ਜਿਹੜੇ ਨੇ 11 ਚਾਰਜ ਸੀ, ਲੇਕਿਨ ਕਿਉਂਕਿ ਜਦੋਂ ਪਲੀ ਬਾਰਗੇਨ ਹੁੰਦੀ ਹੈ ਉਹਨਾਂ ਨੇ 8 ਡ੍ਰੌਪ ਕਰਤੇ ਚਾਰਜ, ਔਰ 3 ਜਿਹੜੇ ਨੇ ਉਹਨਾਂ ਨੇ ਰਹਿਣ ਦਿੱਤੇ, ਜਿਨ੍ਹਾਂ ਦੇ ਥੱਲੇ ਉਹਨੇ ਆਪਣੇ ਗਿਲਟੀ ਪਲੀ ਕੀਤਾ, ਔਰ ਉਹਨੂੰ 6 ਮਹੀਨੇ ਦੀ ਸਜ਼ਾ ਹੋਈ ਇਸ ਨੂੰ ਵਿਸ਼ਾਲ ਜੂਦ ਨੂੰ। ਹੁਣ ਜਦੋਂ ਉਹਨੂੰ ਸਜ਼ਾ ਹੁੰਦੀ ਹੈ ਤੁਸੀਂ ਅੰਦਾਜ਼ਾ ਲਾਓ ਕਿ ਸਟੇਟ ਕਿਵੇਂ ਕ੍ਰਿਮੀਨਲ, ਕਿਉਂਕਿ ਆਸਟ੍ਰੇਲੀਅਨ ਲਾਅ ਜਾਂ ਆਸਟ੍ਰੇਲੀਅਨ ਕੋਰਟ ਜਾਂ ਅਮਰੀਕਨ ਜਾਂ ਯੂਰਪੀਅਨ ਕੋਰਟ ਐਵੇਂ ਨਹੀਂ ਨੇ, ਤੁਸੀਂ ਉੱਥੇ ਇੰਡੀਆ ਵਾਂਗ ਨਹੀਂ ਹੈ ਕਿ ਝੂਠੇ ਗਵਾਹ ਤੁਸੀਂ ਪੇਸ਼ ਕੀਤੇ ਤੇ ਸਜ਼ਾ ਹੋ ਗਈ। ਇਹ ਵੀ ਉਹਨਾਂ ਨੇ ਇਸ ਲਈ ਥੋੜੀ ਜਿਹੜਾ ਹੈ ਉਸ ਨੂੰ ਘੱਟ ਕੀਤਾ ਕਿਉਂਕਿ ਉਹ ਆਲਰੇਡੀ ਇਲੀਗਲ ਉੱਥੇ ਰਹਿ ਰਿਹਾ ਸੀ, ਔਰ ਆਸਟ੍ਰੇਲੀਆ ਨੇ ਵੀ ਦੇਖਿਆ ਜੇ ਆਸਟ੍ਰੇਲੀਅਨ ਸਿਟੀਜ਼ਨ ਹੁੰਦਾ ਤਾਂ ਸ਼ਾਇਦ ਇਹ ਸਾਰੇ ਹੀ ਚਾਰजेस ਜਿਹੜੇ ਨੇ ਉਹਦੇ ਥੱਲੇ 10 ਸਾਲ ਦੀ ਸਜ਼ਾ ਹੁੰਦੀ। ਉਹਨਾਂ ਨੇ ਟੋਕਨ ਸਜ਼ਾ ਪਲੀ ਬਾਰਗੇਨ ਮੰਨ ਲਈ, ਟੋਕਨ ਸਜ਼ਾ 6 ਮਹੀਨੇ ਦੀ ਦੇ ਕੇ ਉਹਨਾਂ ਨੇ ਕਿਹਾ ਵੀ ਇਹਨੂੰ ਤਾਂ ਡਿਪੋਰਟ ਕਰਨਾ ਹੀ ਕਰਨਾ। ਇਹ ਇਸ ਲਈ ਉਹਨਾਂ ਨੇ ਵੀ ਜਿਹੜਾ ਬਹੁਤਾ ਅੱਗੇ ਜ਼ਿਆਦਾ ਸਜ਼ਾ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਚਾਰजेस ਕਬੂਲ ਕੀਤੇ ਗਏ, ਜੱਜ ਨੇ ਵੀ ਮੰਨਿਆ, ਫੈਸਲਾ ਸੁਣਾਇਆ ਗਿਆ। ਔਰ ਇਸ ਦੇ ਉੱਤੇ ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਚਰ ਜਿਹੜਾ ਹੈ ਉਹ ਦਿੱਲੀ ਵਾਲਿਆਂ ਨੂੰ ਲਿਖਦਾ ਹੈ, ਫਾਰਨ ਮਿਨਿਸਟਰੀ ਨੂੰ ਲਿਖਦਾ ਹੈ ਕਿ ਜੀ ਇਹ ਸਾਡਾ ਹਰਿਆਣਾ ਦਾ ਸਪੂਤ ਤਿਰੰਗੇ ਦਾ ਪੁੱਤਰ, ਇਹ ਤਾਂ ਉੱਥੇ ਸਿੱਖ ਝੂਠੇ ਚਾਰਜ ਲਾ ਰਹੇ ਨੇ ਉਹਦੇ ਉੱਤੇ ਔਰ ਉਹਨੂੰ ਕਰ ਰਹੇ, ਔਰ ਫਾਰਨ ਮਿਨਿਸਟਰੀ ਜਿਹੜੀ ਹੈ ਐਕਸਟਰਨਲ ਅਫੇਅਰਸ ਦੀ ਉਹ ਇੰਟਰਵੀਨ ਕਰੇ ਬਿਹਾਫ ਦੇ ਉੱਤੇ ਔਰ ਉਹਨੂੰ ਰਿਲੀਜ਼ ਕਰਵਾਏ। ਉਹ ਤਾਂ ਉਹਨਾਂ ਨੇ ਆਪਣਾ ਕੀਤਾ ਵੀ ਹੋਏਗਾ, ਇਹ ਤਾਂ ਨਹੀਂ ਹੈ, ਪਰ ਇੰਨਾ ਘੱਟੋ ਘੱਟ ਇਹਨਾਂ ਮੁਲਕਾਂ ਦੇ ਵਿੱਚ ਇਨਕਲੂਡਿੰਗ ਆਸਟ੍ਰੇਲੀਆ ਜਿਹਦੇ ਵਿੱਚ ਡਾਇਰੈਕਟਲੀ ਜਿਹੜੀ ਹੈ ਉਹ ਫਾਰਨ ਮਿਨਿਸਟਰੀ ਇਨਵੋਲਵ ਜੇ ਉਹਨਾਂ ਦੀ ਹੋਏ ਉਹ ਤਾਂ ਕੰਸੈਸ਼ਨ ਦੇ ਦਿੰਦੇ ਨੇ, ਪਰ ਜਿਹਦੇ ਵਿੱਚ ਕੋਰਟ ਇਨਵੋਲਵ ਹੋ ਜਾਣ ਉਹਦੇ ਜਿਵੇਂ ਨਹੀਂ ਹੁੰਦਾ ਵੀ ਉਹਨਾਂ ਦਾ ਫਾਰਨ ਮਿਨਿਸਟਰੀ ਉੱਥੇ ਆਸਟ੍ਰੇਲੀਅਨ ਕੋਰਟ ਨੂੰ ਕਹਿ ਗਿਆ ਜੀ ਤੁਸੀਂ ਇਹਨੂੰ ਕਰੋ। ਉਹਨਾਂ ਨੇ 6 ਮਹੀਨੇ ਦੀ ਸਜ਼ਾ ਜੋ ਚਾਰजेस ਪਲੀ ਬਾਰਗੇਨ 'ਚ ਸੀ ਦਿੱਤੇ ਔਰ ਹੁਣ ਵਾਪਸ ਤੋਰਿਆ।
ਹੁਣ ਜੇ ਉਹੀ ਕੋਈ ਸਿੱਖ ਕਿਸੇ ਮੁਲਕ ਚੋਂ ਡਿਪੋਰਟ ਹੋ ਕੇ ਜਾਏ, ਅਮਰੀਕਾ ਚੋਂ, ਇੰਗਲੈਂਡ ਚੋਂ, ਭਾਵੇਂ ਕੋਈ ਚਾਰਜ ਨਾ ਹੋਏ, ਸਿਰਫ ਇਹ ਹੈ ਜੀ ਉਹਨੂੰ ਇਮੀਗ੍ਰੇਸ਼ਨ ਡਿਨਾਈ ਹੋਈ, ਉਹ ਤਾਂ ਉੱਤੇ ਤਿਹਾੜ 'ਚ ਸੜ ਰਿਹਾ ਹੁੰਦਾ ਹੈ, ਜਾਂ ਲੱਖਾਂ ਰੁਪਈਆ ਦੇ ਕੇ ਉੱਥੇ ਬਾਹਰ ਨਿਕਲਦਾ ਲੱਭਦਾ ਵੀ ਕੋਈ ਚਾਚਾ ਤਾਇਆ, ਕੋਈ ਪੁਲਿਸ 'ਚ ਕੋਈ ਦੂਜੇ ਤੀਜੇ 'ਚ ਹੈ। ਹੁਣ ਇਹ ਜਦੋਂ ਵਿਸ਼ਾਲ ਜੂਥ, ਇੱਕ ਪਾਸੇ ਹਰਿਆਣੇ ਦੀ ਘਟਨਾ ਨੂੰ ਲੈ ਕੇ ਜਿਹਦੇ 'ਚ ਅਜੇ ਕਨਵਿਕਸ਼ਨ ਨਹੀਂ ਹੋਈ ਉਹਨਾਂ ਦੀ, ਨਿਹੰਗ ਸਿੰਘਾਂ ਦੀ, ਔਰ ਕਿਸ ਕਿਸਮ ਦਾ ਜਿਹੜਾ ਹੈ ਕਿ ਜੀ ਇਹ ਕੰਟਰੀ ਹੈ, ਕੰਟਰੀ ਆਫ ਲਾ ਨੂੰ ਆਪਣੇ ਹੱਥਾਂ 'ਚ ਕਿਉਂ ਲਿਆ, ਦਾ ਜਸਟਿਸ ਸ਼ੁੱਡ ਕਮ ਐਂਡ ਪ੍ਰੀਵੇਲ। ਹੁਣ ਇਹਦੀ ਖਬਰ ਅੱਜ ਸਾਰੇ ਟਿਕਟੌਕ, ਸੋਸ਼ਲ ਮੀਡੀਆ, ਔਰ ਇਹ ਜਿਹੜਾ ਉਹਦੇ 'ਚ ਇਹੀ ਹੈ ਕਿ ਭਾਈ ਅੱਜ ਵਿਸ਼ਾਲ ਜੂਥ ਜਿਹੜਾ accused in attacks on Sikhs in Sydney returns to Haryana and gets a red carpet rousing welcome। ਕਿ ਲਾਲ ਕਾਰਪੇਟ ਉਹਦੇ ਲਈ ਵਿਛਾਇਆ ਜਾਂਦਾ ਹੈ, ਔਰ ਇਹ ਇਸ ਸਾਰੇ ਦੇ ਉੱਤੇ ਈਵਨ ਉਹਨੂੰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਉਹਨੂੰ ਕਿਵੇਂ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਹੋਇਆ ਹੈ। ਔਰ ਉਹ ਜਦੋਂ ਹਰਿਆਣੇ 'ਚ ਆਉਂਦਾ ਹੈ, ਰੋਰੀ ਜਿਹੜਾ ਪਾਣੀਪਤ, around 200 youth from Roar community assembled at Panipat to receive him before marching to a ਧਰਮਸ਼ਾਲਾ in ਕੁਰੂਕਸ਼ੇਤਰ। ਹੁਣ ਇਹਨੂੰ ਗੁੰਡੇ ਨੂੰ ਜਿਹੜਾ ਹਰਿਆਣੇ ਦੀਆਂ ਸੜਕਾਂ ਦੇ ਉੱਤੇ, ਸ਼ਹਿਰਾਂ ਦੇ ਵਿੱਚ ਇੱਕ ਵੱਡੇ ਜਲੂਸ ਰਾਹੀਂ ਜਿਹੜਾ ਉਹ ਘੁਮਾਇਆ ਜਾ ਰਿਹਾ ਹੈ। ਪਾਣੀਪਤ ਤੋਂ ਉਹਨੂੰ ਕੁਰੂਕਸ਼ੇਤਰ ਲਿਆਂਦਾ ਗਿਆ, ਔਰ ਰਾਹ ਦੇ ਵਿੱਚ ਫੈਲੀਸੀਟੇਸ਼ਨ ਪ੍ਰੋਗਰਾਮ ਹੋਇਆ, ਜਿੱਥੇ ਰਾਜਪੂਤ ਕਮਿਊਨਿਟੀ ਨੇ ਘਰੌਂਡਾ ਦੇ ਵਿੱਚ ਉਹਨੂੰ ਵੈਲਕਮ ਕੀਤਾ, ਫਿਰ ਪਾਣੀਪਤ ਦੀ ਧਰਮਸ਼ਾਲਾ 'ਚ ਕੀਤਾ, ਫਿਰ ਉਮਰੀ ਵਿਲੇਜ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਭਾਰਤ ਮਾਤਾ ਦਾ ਮਹਾਨ ਪੁੱਤਰ ਹੈ, ਔਰ ਉਹਨੇ ਜਿਹੜਾ ਅਸੀਂ ਫੋਲੋਇੰਗ ਐਜੀਟੇਸ਼ਨ ਬਾਈ ਆਵਰ ਕਮਿਊਨਿਟੀ ਇਨ ਦਾ ਸਟੇਟ ਵਿਦ ਦਾ ਸਪੋਰਟ ਫਰੋਮ ਅਦਰ ਕਮਿਊਨਿਟੀਜ਼ ਅਸੀਂ ਉਹਨੂੰ ਰਿਲੀਜ਼ ਕਰਵਾਇਆ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਪੀਰੀਅਡ 'ਚ ਉਸ ਹਲਕੇ ਤੋਂ ਉਹ MLA ਦੀ ਟਿਕਟ, ਫਿਰ MP, ਫਿਰ ਮਿਨਿਸਟਰ, ਔਰ ਉਹਨੂੰ ਉਹ ਤਿਰੰਗੇ ਦਾ ਡਿਫੈਂਡਰ ਔਰ ਦੂਸਰਾ ਤੀਸਰਾ ਕਹਿ ਰਹੇ ਨੇ। ਹਾਲਾਂਕਿ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਆਸਟ੍ਰੇਲੀਆ ਦੇ, ਉਹਨਾਂ ਨੇ ਜਿਹੜਾ ਇਸ ਦੇ ਉੱਤੇ ਟਵੀਟ ਕੀਤਾ ਕਿ ਭਾਈ ਇਹ ਜੋ ਉਹਨੇ ਕੀਤਾ ਔਰ ਇਹ ਹੇਟਰਡ ਫੈਲਾਉਣ ਦੀ ਕੋਸ਼ਿਸ਼ ਕੀਤੀ, ਔਰ ਆਸਟ੍ਰੇਲੀਅਨ ਸੁਸਾਇਟੀ ਜਾਂ ਉਹਨਾਂ ਦੇ ਕਾਨੂੰਨ ਨੇ ਜਿਹੜਾ ਉਹ ਆਪਣੀ ਥਾਂ ਲਈ ਹੈ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿੱਥੇ ਟੇਲ ਆਫ ਟੂ ਸਿਟੀਜ਼ ਡਿਕਨਸ ਦਾ ਕਹਿਣਾ ਸੀ, ਅੱਜ ਇਹ ਤੁਹਾਨੂੰ ਦੋ ਸਿਨੈਰੀਓ ਨਜ਼ਰ ਆ ਰਹੇ ਨੇ ਕਿ ਇੱਕ ਪਾਸੇ ਇੱਕ ਕਨਵਿਕਟਡ ਕ੍ਰਿਮੀਨਲ ਜਿਸ ਦੇ ਉੱਤੇ ਸਿੱਧਾ ਚਾਰਜ ਹੈ ਕਿ ਸਿੱਖਾਂ ਤੇ ਉਹਨੇ ਹਮਲੇ ਕੀਤੇ, ਪਲਾਨ ਕੀਤਾ, ਮਾਰਕਟਾਈ ਕੀਤੀ, ਉਹ ਜਿਹੜਾ ਅੱਜ ਜਦੋਂ ਜਾਂਦਾ ਹੈ ਤੇ ਹਿੰਦੂ ਤਵੀ ਸਟੇਟ ਜਿਹੜੀ ਜਮਹੂਰੀਅਤ ਕਹਿੰਦੀ ਹੈ ਉਹਨੂੰ ਐਜ਼ ਏ ਹੀਰੋਜ਼ ਵੈਲਕਮ ਦੇ ਰਹੀ ਹੈ। ਪਰ ਦੂਸਰੇ ਪਾਸੇ ਨਿਹੰਗ ਸਿੰਘਾਂ ਨੇ ਬਾਹਰ ਜਾ ਕੇ ਕਿਸੇ ਤੇ ਅਟੈਕ ਨਹੀਂ ਕੀਤਾ। ਅਮਰੀਕਾ ਦੇ ਵਿੱਚ ਜੇ ਤੁਹਾਡੇ ਘਰ ਆ ਕੇ ਕੋਈ ਤੁਹਾਡੇ ਵੜ ਜਾਂਦਾ ਹੈ, ਭਾਵੇਂ 10 ਬੰਦੇ ਹੋਣ, ਤੁਸੀਂ ਉਹਨਾਂ ਨੂੰ ਮੌਕੇ ਤੇ ਮਾਰ ਦਿਓ, ਤੁਹਾਡੇ ਤੇ ਚਾਰਜ ਨਹੀਂ ਲੱਗਦਾ, ਕਿਉਂਕਿ ਤੁਸੀਂ ਡਿਫੈਂਡ ਕੀਤਾ ਆਪਣੇ ਆਪ ਨੂੰ। ਸੋ ਉਹਨਾਂ ਨੇ ਜੋ ਕੀਤਾ ਨਿਹੰਗ ਸਿੰਘਾਂ ਨੇ, ਉਹਨਾਂ ਨੇ ਆਪਣੇ ਗੁਰੂ ਦੇ ਅਦਬ ਅਦਾਬ ਨੂੰ ਡਿਫੈਂਡ ਕੀਤਾ ਹੈ। ਲੇਕਿਨ ਉਹ ਕ੍ਰਿਮੀਨਲ ਵੀ ਨੇ, ਸਾਰੀ ਸਿੱਖ ਕੌਮ ਵੀ ਕ੍ਰਿਮੀਨਲ ਹੈ, ਸਿੱਖ ਕੌਮ ਸਾਰੀ ਤਾਲੀਬਾਨੀ ਹੈ, ਔਰ ਇਹ ਜਿਹੜਾ ਇਹ ਹੀਰੋ ਹੈ, ਇਹ ਹੈ ਜਿਹੜਾ ਟੇਲ ਆਫ ਟੂ ਸਿਟੀਜ਼ ਦੀ ਗੱਲ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।